मुझे खुटिया खास में रहने दो, इसके बदले जो मर्जी ले लो। पाकिस्तान की खातिर हर चीज कुर्बान करने को तैयार हूँ। कसूर के इलाके में पैदा होने वाले दर्शन कुमार चावला तकसीम हिंद के वक्त इंडिया चले गए और फिर वहाँ से कनाडा, मगर अपनी जन्मभूमि में वापस आने के लिए इनका दिल बेकरार हो गया। चावला साहब बताइएगा, आपकी उस वक्त कितनी उम्र थी जब आप यहाँ से हिंदुस्तान गए थे? अप्रॉक्सीमेटली 13.5 साल दी। ये बताइएगा कि उस वक्त हालात व वाक़यात कैसे थे जब तकसीम हिंद हुई? मेरे तकरीबन 10 दोस्त थे, जिनमें 6 मुसलमान 4 हिंदू। सही माने तो सानू ये नहीं पता होंदा सी मुसलमान कौन है हिंदू कौन है, सिर्फ दोस्त जानते सी। कोई अमीर गरीब का तो मुसलमान का साडे उस जमाने पता ही नहीं सीगा। इस वास्ते दोस्ती विच कोई मुसलमान ते हिंदू का कोई रिलेशन नहीं सी मेरे ज़माने में, 1947 तो पहला। जब ये तकसीम हिंद हुई 1947 में, तो उसके बाद आप हिंदुस्तान चले गए, तो जब ये मामला शुरू हो रहा था और उस वक्त हालात कैसे थे? पहले एक दो दिन पहले की बात बताता। हाँ। 1947 3 जून साढ़े बगई वे चौधरी चरणदास ਸੀ, ਉਹਨਾਂ ਚੱਕੀ ਦਾ ਕੰਮ ਕਰਦੇ ਸੀ, ਉਹਨੇ ਘਰੇ ਰੇਡੀਓ ਸੀ, ਉਹਨਾਂ ਨੇ ਉੱਤੇ ਰੱਖਤਾ ਦੀਵਾਰ ਦੇ। ਉਹ ਵੀ ਮਕਾਨ ਹੈ ਕੁਚਾ ਕਾਨ ਸਿੰਘ ਦੇ ਵਿੱਚ, ਡਬਲ ਸਟੋਰੀ ਟ੍ਰਿਪਲ ਸਟੋਰੀ ਮਕਾਨ। ਸਾਰੇ ਲੋਕਾਂ ਨੇ ਸੁਣਿਆ ਵੀ ਫਿਰੋਜ਼ਪੁਰ ਦੇ ਇੱਧਰ ਇਲਾਕਾ ਮੁਸਲਮਾਨ ਪਾਕਿਸਤਾਨ ਬਣ ਗਿਆ। ਤੇ ਉਸ ਲਈ ਗਲੀਆਂ, ਸਾਡੇ ਗਲੀ ਗੇਟ ਲੱਗਾ ਸੀ, ਗੇਟ ਬੰਦ ਕਰ ਦਿੱਤਾ, ਗਲੀ ਨਾਰੇ ਲੱਗਣ ਲੱਗ ਗਏ, ਅੱਲਾਹੁ ਅਕਬਰ। ਤੇ ਸਾਡੇ ਘਰੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਗਿਆ। ਐਡੇ ਸਾਡਾ ਘਰ ਸੀ ਗਲੀ ਉਹਨਾਂ ਦੇ ਪਰੇ ਸਾਰੇ 10 ਘਰ ਸਾਡੇ ਘਰੇ ਤਕਰੀਬਨ 200-400 ਆਦਮੀ ਇਕੱਠਾ ਹੋ ਗਿਆ, ਘਰੇ ਆ ਕੇ ਬੈਠ ਗਿਆ। ਕਿਸੇ ਜਗ੍ਹਾ ਕਾਫੀ ਜ਼ਿਆਦਾ ਸੀ, ਪੌੜੀਆਂ ਵਿਛਾ ਕੇ ਸਾਰੇ ਵਿਹੜੇ 'ਚ ਬੈਠ ਗਏ। ਤੇ ਉਸ ਤੋਂ ਬਾਅਦ 4 ਜੂਨ ਨੂੰ ਸ਼ਹਿਰ ਦੇ ਲੋਕਾਂ, ਕੁਛ ਲੋਕਾਂ ਮਸਜਿਦ ਵਾਲਿਆਂ ਨੇ, ਮੁਸਲਮਾਨਾਂ ਨੇ ਆਖਿਆ ਹਿੰਦੂਆਂ ਨੂੰ ਕਿ ਤੁਸੀਂ ਮੁਸਲਮਾਨ ਬਣ ਜਾਓ। ਹਿੰਦੂ ਵੀ ਚਾਹੁੰਦੇ ਸੀ ਇੱਥੋਂ ਜਾਣਾ ਨਹੀਂ ਚਾਹੁੰਦੇ ਸੀ, ਇੱਥੇ ਰਹੀਏ, ਸਾਰਿਆਂ ਨਾਲ ਰਲ ਮਿਲ ਕੇ ਰਵਾਂਗੇ, ਸਾਡੇ ਘਰ ਬਾਰ ਇੱਥੇ ਹੈ, ਜਾਇਦਾਦ ਇੱਥੇ, ਸਭ ਜ਼ਮੀਨ ਜਾਇਦਾਦ ਦੇ ਮਾਲਕ, ਉਹ ਜਾਣਾ ਨਹੀਂ ਚਾਹੁੰਦੇ ਸੀ। 4 ਜੂਨ ਨੂੰ ਸਾਰੇ ਸਾਡੇ, ਮੇਰਾ ਬਾਪ ਵੀ, ਮੇਰਾ ਤਾਇਆ ਵੀ, ਮੇਰਾ ਭਰਾ ਸੀ ਬਾਲੀ ਰਾਮ ਕੌਂਡਾ, ਤੇ ਅਸੀਂ ਕੌਂਡਾ ਫੈਮਿਲੀ ਵੱਜਦੀ, ਸਾਡੇ ਲੋਹ ਦਾ ਕਾਰੋਬਾਰ ਸੀ, ਤੇ ਸਾਰੇ ਮੁਸਲਮਾਨ ਬਣ ਕੇ ਆ ਗਏ। ਮੇਰੇ ਬਾਪ ਕਹਿੰਦਾ ਆਪਾਂ ਮੁਸਲਮਾਨ ਬਣ ਗਏ ਹੈ, ਤੇ ਮੈਂ ਸਾਨੂੰ ਕਿਸ ਤਰ੍ਹਾਂ ਜੇ ਮੁਸਲਮਾਨ ਕੌਣ ਹੁੰਦੇ, ਹਿੰਦੂ ਕੌਣ ਹੁੰਦੇ ਹੈ। ਬੜੀ ਖੁਸ਼ੀ ਹੋਈ। ਤੇ ਮੈਂ ਚੂਹੇ ਗੇਟ ਦੇ ਵਾਲੇ ਪਾਸੇ ਇੱਕ 5 ਜੂਨ ਨੂੰ ਇੱਕ ਮਿਲਟਰੀ ਮੈਨ ਆਇਆ। ਮੈਂ ਗੱਡੀ ਦੇ ਬਾਹਰ ਖੜਾ, ਕੁਚਾ ਕਾਨ ਸਿੰਘ ਦੀ ਬਾਹਰ ਸੜਕ 'ਤੇ 4 ਆਦਮੀ ਇੱਥੇ ਤਾਸ਼ ਖੇਡ ਰਹੇ ਸੀ। ਸਾਡਾ ਮਕਾਨ ਬਣ ਰਿਹਾ ਸੀ ਅਜੇ, ਡਾਖਾਨਾ ਟਾਈਪ ਦੀ ਵਿੰਡੋ ਜੀਆਂ ਸੀ। ਤੇ ਉਹ ਆ ਕੇ ਕਹਿੰਦਾ ਹਿੰਦੂ ਹੈ ਇੱਥੇ? ਕਹਿੰਦਾ ਸਾਰੇ ਹੀ ਹੈਗੇ ਹੈ। ਇੰਨੀ ਗੱਲ ਜਦੋਂ ਕਹੀ ਤੇ ਉਹਨੇ ਕਿਹਾ ਤਾਸ਼ ਬੰਦ ਕਰੋ, ਲੜਾਈ ਹੋ ਜਾਊਗੀ। 5 ਜੂਨ ਨੂੰ ਸਾਰਾ ਸ਼ਹਿਰ ਇਕੱਠਾ ਕਰ ਲਿਆ ਇੱਕ ਜਗ੍ਹਾ ਦੇ ਉੱਤੇ। 6 ਜੂਨ ਨੂੰ ਸਵੇਰੇ ਅਸੀਂ ਸਾਰੇ ਜਣੇ ਸਭ ਉੱਥੇ ਤੁਰ ਪਏ ਸੀ ਪੈਦਲ। ਜਿਹੜੀ ਤੁਹਾਡੀ ਇਹ ਰੋਡ ਹੈ, ਮੇਨ ਰੋਡ, ਜਿਹੜੀ ਹਸਪੀਟਲ ਨੂੰ ਤੇ ਪੁਲਿਸ ਸਟੇਸ਼ਨ ਨੂੰ ਤੇ ਸਕੂਲ ਨੂੰ, ਮੇਨ ਜਾਂਦੀ ਕਸੂਰ ਵਾਲੀ ਸੜਕ, ਉੱਤੇ ਚੱਲਦੇ ਪੁਲਿਸ ਸਟੇਸ਼ਨ ਦੇ ਥੋੜ੍ਹਾ ਜਿਹਾ ਨਾਲ ਅੱਗੇ ਜਾ ਕੇ ਰਾਈਟ ਸਾਈਡ ਦੀ ਸੜਕ ਮੁੜਦੀ ਸੀ ਕੱਚੀ, ਉੱਥੇ ਅਸੀਂ ਨਹਿਰ 'ਤੇ ਚੜ੍ਹ ਗਏ। ਨਹਿਰ 'ਤੇ ਚੱਲਦੇ 2 ਦਿਨ ਸਾਨੂੰ ਰਾਹ 'ਚ ਲੱਗੇ ਸੀਗੇ। ਕਦੀ ਸਾਡੇ ਦੇ ਰਸਤੇ 'ਚ ਹਮਲਾ ਵੀ ਹੋਇਆ, ਪਰ ਮਿਲਟਰੀ ਵਾਲੇ ਸਾਨੂੰ ਜਿਸਲੇ ਮਾਰਦੇ ਸੀ ਸਾਰੇ ਲੋਕ ਥੱਲੇ ਬੈਠ ਜਾਂਦੇ ਸੀ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਸਾਹਮਣੇ ਹਮਲਾ ਕਰਨ ਵਾਲੀ ਕੋਈ ਨਾਲ ਲੈਂਦੇ ਮਿਲਟਰੀ ਹੈਗੀ ਹੈ। ਸਾਡੇ ਹਮਲਾ ਨਹੀਂ ਹੋਇਆ। 2 ਦਿਨਾਂ ਬਾਅਦ ਅਸੀਂ ਦਰਿਆਏ ਸਤਲੁਜ ਦੇ ਕਿਨਾਰੇ ਪਹੁੰਚੇ ਸਾਰੇ। ਫਿਰ ਉਹਨਾਂ ਨੇ ਉਦੋਂ ਬਾਅਦ ਸਾਡੇ ਵਾਸਤੇ ਟਰੱਕ ਭੇਜੇ। ਹੌਲੀ ਹੌਲੀ ਕਿਸੇ ਨੂੰ ਕਿਸੇ ਟੈਂਟ ਭੇਜਿਆ, ਕਿਸੇ ਜਗ੍ਹਾ ਭੇਜਿਆ, ਕਿ ਧਰਮਸ਼ਾਲਾ 'ਚ ਭੇਜਿਆ। ਸਾਨੂੰ ਇੱਕ ਸਕੂਲ ਸੀ ਕੋਈ, ਉੱਥੇ ਭੇਜਿਆ। ਹਫ਼ਤਾ 10 ਦਿਨ ਉੱਥੇ 2-4 ਦਿਨ ਰਹੇ ਲੋਕੀ। ਫਿਰ ਮਕਾਨ ਆਪਦੇ ਕਿਰਾਏ 'ਤੇ ਰਹਿ ਕੇ ਫਿਰੋਜ਼ਪੁਰ ਰਹਿਣ ਲੱਗ ਗਏ। अच्छा, तो इस तरह के हालात थे उस वक्त? ਇਹਨਾਂ ਵਾਤਾਵਰਨ ਸਾਡੇ ਸ਼ਹਿਰ ਖੁੱਡੀਆਂ ਦੇ ਵਿੱਚ ਵਧੀਆ ਸੀ। ਇੱਕ ਆਦਮੀ ਕਿਸੇ ਨੂੰ ਉਂਗਲ ਤੱਕ ਨਹੀਂ ਲਾਈ। ਇਹਨਾਂ ਪਿਆਰ ਵਾਲਾ ਸ਼ਹਿਰ ਸੀ। 2-4 ਬੰਦੇ ਦੀ ਮੌਤ ਹੋਈ ਆ ਮਰੇ ਜਾਣ ਕੇ ਵੀ ਅਸੀਂ ਮੁਸਲਮਾਨ ਨਹੀਂ ਬਣਨਾ। ਨਹਿਰ ਛਾਲ ਮਾਰ ਕੇ ਬਣ ਗਿਆ। ਸੋਹਣ ਸਿੰਘ ਕਾਰੀਗਰ ਦਾ ਇੱਕ ਭਰਾ ਸੀਗਾ, ਬਣ ਵਾਲੀ ਗਲੀ 'ਚ ਉਹਦਾ ਤਾਂ ਮਕਾਨ ਸੀਗਾ। ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਸੀਗਾ, ਆਲੂ ਵਾਲੀਆ, ਉਹ ਲਾਹੌਰ ਗਿਆ ਸੀ ਸ਼ਾਇਦ 1 ਤਾਰੀਖ ਨੂੰ ਜਾਂ 2 ਤਾਰੀਖ ਨੂੰ 1947 ਦੇ ਵਿੱਚ, ਜੂਨ ਦੇ ਮਹੀਨੇ 'ਚ ਵਾਪਸ ਨਹੀਂ ਆਇਆ, ਉੱਥੇ ਮਰ ਗਿਆ। ਔਰ ਬਾਕੀ ਸ਼ਹਿਰ ਦੇ ਇੱਕ ਬੰਦਾ ਕਿਸੇ ਨੇ ਕੋਈ ਨਹੀਂ ਮਾਰਿਆ। ਬਹੁਤ ਪੁਰਅਮਨ यहाँ के हालात थे। ਇੰਨਾ ਸ਼ਾਨਦਾਰ ਹਾਲਾਤ, ਪੀਸਫੁਲ ਇਹ ਸ਼ਹਿਰ ਹੈ, ਸ਼ਾਂਤੀ ਵਾਲਾ ਸ਼ਹਿਰ ਸੀਗਾ। ਬੜੇ ਪਿਆਰ ਨਾਲ ਲੋਕੀ ਕਿਸੇ ਲੋਕੀ ਦੇ ਡੱਫੇ ਪਾਉਂਦੇ ਹਿੰਦੂ ਮੁਸਲਮਾਨ। ਸਾਨੂੰ ਮਾਰਨਾ ਕਿਸੇ ਨੇ ਕੀ ਸੀਗਾ? ਇੱਕ ਦਿਨ ਲੈ ਕੇ ਖਾਣਾ, ਡਾਲ ਕੇ ਖਾਣਾ, ਕਹਿ ਕੇ ਖਾਣਾ।
अच्छा, तो अब आप कनाडा में शिफ्ट हो चुके हैं। ਅਸੀਂ ਕੈਨੇਡਾ ਗਏ 87 ਦੇ ਵਿੱਚ। ठीक है। ਮੇਰਾ ਲੜਕਾ ਗਿਆ 79 ਦੇ ਵਿੱਚ, ਉੱਥੇ ਜਾ ਕੇ ਕੰਮ ਕੀਤਾ, ਜੋ ਕਿ ਕਰਦੇ ਆ। ਸ਼ਾਨਦਾਰ ਜ਼ਿੰਦਗੀ ਜਿਉਣ ਦਾ ਉੱਥੇ ਮੌਕਾ ਮਿਲਿਆ। ਜਿੰਨੀ ਸਟਰਗਲ ਕੀਤੀ ਸਭ ਭੁੱਲ ਗਿਆ, ਜਿਹਨੇ ਦੁੱਖ ਵੀ ਸਭ ਭੁੱਲ ਗਏ ਕੈਨੇਡਾ ਜਾ ਕੇ। तो अब आप खुड़िया कैसे क्यों आए और क्या चाहते हैं अब आप? ਗਈ ਅਤੇ ਮੇਰੀ ਦੋਤੀ ਕਹਿੰਦੀ, ਮੇਰੀ ਲੜਕੀ, ਉਹਦੀ ਮਦਰ ਕਹਿੰਦੀ, ਮੇਰੀ ਲੜਕੀ, ਪਾਪਾ ਜੀ ਆਪਾਂ ਇੰਗਲੈਂਡ ਚੱਲਾਂਗੇ, ਆਪਾਂ ਫਰਾਂਸ ਜਾਵਾਂਗੇ, ਆਪਾਂ ਨਾਰਵੇ ਜਾਵਾਂਗੇ, ਸਾਰੇ ਦੇਖਾਂਗੇ, ਯੂਰਪ ਦੇਖਾਂਗੇ। ਮੈਂ ਸਭ ਕੁਝ ਰਿਜੈਕਟ ਕਰ ਦਿੱਤਾ ਪਾਕਿਸਤਾਨ ਦੇ ਮੁਕਾਬਲੇ 'ਚ। ਅਤੇ ਮੈਂ ਚਾਹੁੰਦਾ ਵੀ ਮੈਨੂੰ ਪਾਕਿਸਤਾਨ ਦੋਸਤ ਹੀ ਬਣਾ ਦੇਣ। 6 ਮਹੀਨੇ ਬਾਅਦ ਪਾਕਿਸਤਾਨ ਗੇੜਾ ਮਾਰਾ, ਮੈਨੂੰ ਪਤਾ ਨਹੀਂ ਲੱਗਣਾ ਮੈਂ ਕੈਨੇਡਾ ਰਹਿਣਾ ਕਿ ਪਾਕਿਸਤਾਨ ਰਹਿਣਾ। हाय हाय हाय। ਇਹਨਾਂ ਦਰਦ ਹੈ ਮੇਰੇ ਦਿਲ ਵਿੱਚ। ਚਾਹੇ ਮੈਨੂੰ ਇੱਥੇ ਕੋਈ ਝੁੱਗੀ ਪਾ ਕੇ ਬਾਹਰ ਦੇ ਦੂਗਾ, ਇੱਥੇ ਰਹਿ ਆ ਕੇ। अच्छा, ये मुझे बताएं कि यहाँ पर जब आप आए, खुड़िया वालों ने आपको कैसे वेलकम किया? वक्त बाद आदमी जो रिस्पेक्ट करते हैं उसके ससुराल करते हैं, जब शादी होती है ससुराल करते हैं। इतनी मेरी रिस्पेक्ट किसी ने आज तक नहीं की जितनी ये खुड़िया वालों ने की है। इनके दिल में मेरी इज्जत है, मुंह से नहीं है। ਪਾਕਿਸਤਾਨ ਦੇ ਵਿੱਚ ਤੇ ਇੰਡੀਆ ਵਿੱਚ ਗੱਲ ਮਸ਼ਹੂਰ ਹੈ ਨਾ ਕਿ ਜਿਹੜਾ ਬੰਦਾ ਹੁੰਦਾ ਉਹ ਬੀਵੀ ਦੇ ਥੱਲੇ ਲੱਗਾ ਹੁੰਦਾ ਹੈ। ਤੇ ਤੁਸੀਂ ਕਿ ਕੈਨੇਡਾ ਵਿੱਚ ਰਹਿ ਰਹੇ ਹੋ ਕਿ ਬੀਵੀ ਦੇ ਥੱਲੇ ਲੱਗੇ ਹੋ ਕਿ ਉੱਤੇ ਹੋ? ये मूवी मेरी पत्नी देखूगी फिर मैंने उसके डर लगता। आपका कितने दिन का वीज़ा लगा है यहाँ पर? मेरा 1 महीने का वीज़ा है। मैं चाहना भी तो मैं ना जावा, मैंने इतने गवर्नमेंट रख लवे। ये गवर्नमेंट मेरे ते रियायत करे, मेरे ते दया करे, मेहरबानी करे तो मैंने इतने वीज़ा बधा देन, इतने रख लै। ये मेरी पर्सनल पिक्चर ही दर्शन चावले की, जो पाकिस्तान बने थे 1 साल बाद की पिक्चर है।